ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੋ ਟੌਪਿਕ ਨੇ ਜਿਹੜੇ ਕਲੀਅਰ ਕਰਨੇ ਆ। ਇੱਕ ਤਾਂ ਇਹ ਮਨ ਕਿਉਂ ਨਹੀਂ ਟਿਕਦਾ, ਜੇ ਬੰਦਗੀ ਕਰਨ ਬੈਠਦੇ ਆ ਤੇ ਮਨ ਕਿਉਂ ਨਹੀਂ ਟਿਕਦਾ, ਤੇ ਦੂਸਰਾ ਸਵਾਲ ਵੀ ਇਹਦੇ ਨਾਲ ਦਾ ਹੀ ਆ। ਇੱਕ ਕਾਰਨ ਆ ਤੇ ਇੱਕ ਸਵਾਲ ਆ, ਹੈ ਇੱਕ ਹੀ ਆ। ਪਹਿਲਾ ਇਹ ਸੀਗਾ ਕਿ ਮਨ ਕਿਉਂ ਨਹੀਂ ਟਿਕਦਾ, ਬੰਦਗੀ ਕਰਨ ਬੈਠਦੇ ਆ ਤੇ ਦੂਸਰਾ ਇਹ ਆ ਕਿ ਕਿਸੇ ਇਨਸਾਨ ਦੇ ਨਾਲ ਪ੍ਰੀਤ ਆ ਤੇ ਉਹ ਰਾਹ 'ਚ ਰੋੜਾ ਬਣ ਰਹੀ ਆ, ਬੰਦਗੀ ਦੇ ਰਾਹ ਦੇ ਵਿੱਚ ਰੋੜਾ ਬਣ ਰਹੀ ਆ। ਕੀਤੀਆਂ ਗਲਤੀਆਂ ਅੱਗੇ ਆ ਰਹੀਆਂ ਤੇ ਮਨ ਜਦੋਂ ਵੀ ਬਾਣੀ ਪੜ੍ਹਨ ਬੈਠਦਾ, ਨਾਮ ਜਪਣ ਬੈਠਦਾ ਤੇ ਖਿਆਲ ਉਹਨਾਂ ਹੀ ਹਾਲਾਤਾਂ ਦੇ ਵਿੱਚ ਚਲੇ ਜਾਂਦੇ ਆ। ਭਾਵੇਂ ਹੁਣ ਮਨ ਨਹੀਂ ਆ, ਭਾਵੇਂ ਹੁਣ ਮਨ ਗੁਰਮਤ ਦੀ ਪੜ੍ਹਾਈ ਕਰਨੀ ਚਾਹੁੰਦਾ, ਪਰ ਫਿਰ ਵੀ ਖਿਆਲ ਜਿਹੜੇ ਆ ਉਹ ਟਿਕਣ ਨਹੀਂ ਦਿੰਦੇ। ਹੱਥਾਂ ਨਾਲ ਦਿੱਤੀਆਂ ਗੰਢਾਂ ਜਿਹੜੀਆਂ ਉਹ ਮੂੰਹ ਨਾਲ ਵੀ ਨਹੀਂ ਖੁੱਲ ਰਹੀਆਂ। ਸੋ ਕਿੱਦਾਂ ਇਸ ਸਭ ਤੋਂ ਬਾਹਰ ਨਿਕਲਿਆ ਜਾਵੇ? ਤੇ ਇਹ ਜਿਹੜਾ ਟੌਪਿਕ ਆ ਇਹ ਹੈ ਹੀ ਇਹੋ ਜਿਹਾ ਕਿ ਪੂਰੀ ਲੋਕਾਈ ਇਸ 'ਚ ਫਸੀ ਆ। ਜੇ ਕੋਈ ਗੁਰਮਤ ਦਾ ਪਾਂਦੀ ਆ, ਜੇ ਕੋਈ ਖੁਦ ਨੂੰ, ਜੇ ਕਿਸੇ ਨੂੰ ਪਤਾ ਆ ਕਿ ਮੇਰਾ ਜਨਮ ਕਿਉਂ ਹੋਇਆ, ਮੇਰਾ ਜਨਮ ਵਾਹਿਗੁਰੂ ਦੇ ਵਿੱਚ ਲੀਨ ਰਹਿਣ ਲਈ ਹੋਇਆ, ਤੇ ਸਭ ਕੁਛ ਪਤਾ ਹੋਣ ਦੇ ਬਾਵਜੂਦ ਵੀ ਕਈ ਫਸੇ ਆ ਤੇ ਕਈਆਂ ਨੂੰ ਨਹੀਂ ਪਤਾ ਇਸ ਸਭ ਦਾ। ਅੰਦਰੋਂ ਉਹ ਵਾਲੀ ਫੀਲਿੰਗ ਹੈ ਨਹੀਂ ਕਿ ਕਿਉਂ ਜਨਮ ਹੋਇਆ, ਤੇ ਫਸੇ ਉਹ ਵੀ ਨੇ, ਪਰ ਇਸ ਸਭ ਤੋਂ ਨਿਕਲਣ ਦਾ ਢੰਗ ਪਤਾ ਨਹੀਂ ਆ। ਇਹ ਸਭ ਸਾਂਝਾ ਕਰਾਂਗੇ ਕਿ ਕਿਵੇਂ ਇਹ ਇੱਕ ਬਹੁਤ ਵੱਡੀ ਅੜਚਨ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਆ। ਸ਼ੁਰੂ ਤੋਂ ਸ਼ੁਰੂਆਤ ਕਰਦੇ ਹਾਂ। ਸ਼ੁਰੂ ਤੋਂ ਸਭ ਤੋਂ ਪਹਿਲੀ ਗੱਲ, ਜਿਹੜੀ ਪ੍ਰੀਤ ਹੈ ਨਾ, ਉਹ ਸਿਰਫ ਵਾਹਿਗੁਰੂ ਨਾਲ ਹੋਵੇ ਤੇ ਉਹਦੀ ਜਗ੍ਹਾ ਕੋਈ ਲੈ ਨਾ ਸਕੇ। ਜੇ ਕਿਸੇ ਇਨਸਾਨ ਦੇ ਨਾਲ ਪ੍ਰੀਤ ਹੈ ਨਾ, ਤੇ ਇਹ ਰੂਹ ਕਦੇ ਵੀ ਵਾਹਿਗੁਰੂ ਦੀ ਬੰਦਗੀ ਨਹੀਂ ਕਰ ਪਾਊਗੀ। ਇਹ ਪੱਥਰ ਦੀ ਲਕੀਰ ਹੈ, ਨਹੀਂ ਕਰ ਪਾਊਗੀ। ਰੀਜ਼ਨ ਕੀ ਆ?
ਰੀਜ਼ਨ ਇਹ ਆ ਕਿ ਜਿਸ ਬੰਦੇ ਨੂੰ ਪ੍ਰੀਤ ਵਾਹਿਗੁਰੂ ਦੀ ਆ ਤੇ ਜਿਸ ਬੰਦੇ ਨੂੰ ਪ੍ਰੀਤ ਕਿਸੇ ਇਨਸਾਨ ਦੀ ਆ, ਤੁਸੀਂ ਉਹਦੇ 'ਚ ਫਰਕ ਦੇਖਿਓ। ਅਸੀਂ ਅਕਸਰ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਜਾਂ ਕਥਾਵਾਂ ਦੇ ਵਿੱਚ ਵੀ ਸੁਣਦੇ ਹਾਂ, ਅਕਸਰ ਕਿਹਾ ਜਾਂਦਾ ਭਗਤ ਦਾ ਹਿਰਦਾ, ਭਗਤ ਦੀ ਸੋਚ ਸਦਾ ਹੀ ਵਾਹਿਗੁਰੂ 'ਚ ਲੀਨ ਰਹਿੰਦੀ ਆ, ਹਰ ਕਾਰਜ ਕਰਦਿਆਂ ਲੀਨ ਰਹਿੰਦੀ ਆ। ਜੇ ਤੁਸੀਂ ਸਿਰਫ ਇਹਦਾ ਰੀਜ਼ਨ ਸਮਝ ਲਓ ਨਾ ਤੇ ਸਾਰੀ ਕਹਾਣੀ ਸਮਝ ਆ ਜਾਣੀ। ਸਾਰੀ ਕਹਾਣੀ ਸਮਝ ਆ ਜਾਣੀ। ਉਹਦਾ ਰੀਜ਼ਨ ਕੀ ਆ? ਉਹਦਾ ਰੀਜ਼ਨ ਉਸ ਸਟੇਜ ਤੇ ਪਹੁੰਚਿਆ ਹੀ ਸਮਝ ਆਉਣਾ। ਇੱਕ ਤਾਂ ਇਹ ਆ। ਦੂਸਰਾ ਇਹ ਆ ਕਿ ਤੁਸੀਂ ਹੋਣ ਵਾਲੀ ਆਪਣੀ ਸਟੇਜ ਦੇ ਉੱਪਰ ਥੋੜਾ ਜਿਹਾ ਵਰਕ ਕਰਿਓ, ਥੋੜਾ ਜਿਹਾ ਸੋਚਿਓ ਕਿ ਕਿਵੇਂ ਇਹ ਸਭ ਹੁੰਦਾ। ਜੇ ਤੁਹਾਨੂੰ ਕਿਸੇ ਇਨਸਾਨ ਨਾਲ ਪ੍ਰੀਤ ਆ, ਤੁਸੀਂ ਹਰ ਕਾਰਜ ਕਰਦਿਆਂ ਤੁਹਾਡਾ ਧਿਆਨ ਉੱਧਰ ਆ। ਚਾਹੇ ਕੁਛ ਵੀ ਕਰ ਰਹੇ ਹੋ, ਧਿਆਨ ਉੱਧਰ ਹੀ ਆ। ਕੋਈ ਕੰਮ ਕਰ ਰਹੇ ਹੋ, ਧਿਆਨ ਉੱਧਰ ਆ। ਵਾਸ਼ਨਾਵਾਂ 'ਚ ਘਿਰਿਆ ਆ। ਜੇ ਰਿਸ਼ਤੇ ਵਧੀਆ ਨਹੀਂ ਹੋਣ ਤਾਂ ਅੰਦਰੋਂ ਖਿਆਲਾਂ ਦਾ ਹੜ੍ਹ ਆਇਆ ਹੋਇਆ, ਸੋਚਾਂ 'ਚ ਘਿਰਿਆ ਹੋਇਆ ਮਨ। ਜੇ ਰਿਸ਼ਤੇ ਵਧੀਆ ਨੇ ਤੇ ਫਿਰ ਵਾਸ਼ਨਾਵਾਂ 'ਚ ਘਿਰਿਆ, ਉਹਨਾਂ ਗੱਲਾਂ 'ਚ ਘਿਰਿਆ ਜੋ ਕੀਤੀਆਂ ਸੀ ਤੇ ਹੁਣ ਛੁੱਟਣ ਦਾ ਮਨ ਆ ਤੇ ਛੁੱਟ ਨਹੀਂ ਰਿਹਾ। ਬਾਣੀ ਪੜ੍ਹਦੇ ਆ ਤਾਂ ਵੀ ਧਿਆਨ ਨਹੀਂ ਆ। ਧਿਆਨ ਉੱਥੇ ਹੀ ਆ। ਹਰ ਕਾਰਜ ਕਰਦਿਆਂ ਧਿਆਨ ਉੱਥੇ ਆ। ਜੇ ਕੋਈ ਗੀਤ ਕੰਨਾਂ 'ਚ ਪੈ ਗਿਆ ਤਾਂ ਹੋਰ ਸੁਰਤ ਜਕੜੀ ਗਈ। ਜੇ ਕੋਈ ਹੋਰ ਕਿਸੇ ਵੀ ਤਰ੍ਹਾਂ ਉਸ ਮਾਹੌਲ ਨੂੰ ਕ੍ਰੀਏਟ ਕਰ ਲਿਆ ਸੁਰਤ ਨੇ ਤਾਂ ਫਿਰ ਸੁਰਤ ਜਕੜੀ ਗਈ। ਤੇ ਤੁਸੀਂ ਸੋਚੋ, ਇੱਕ ਇਨਸਾਨ ਦੀ ਪ੍ਰੀਤ ਦੇ ਨਾਲ ਇਹ ਸਭ ਹੋ ਰਿਹਾ ਤੇ ਸੋਚੋ ਭਗਤ ਕਿੰਨਾ ਰੰਗਾਂ ਦੇ ਵਿੱਚ ਖੇਡਦਾ ਹੋਊਗਾ। ਉਹਨੂੰ ਹਰ ਗੱਲ ਦੇ ਵਿੱਚ ਵਾਹਿਗੁਰੂ ਦੀ ਪ੍ਰੀਤ ਦਾ ਅਹਿਸਾਸ ਹੋਊਗਾ ਕਿ ਨਹੀਂ? ਸੋ ਪਹਿਲਾਂ ਇਹ ਜਾਣੀਏ ਕਿ ਅਸੀਂ ਕੀ ਗਲਤ ਕਰ ਰਹੇ ਹਾਂ ਜਾਂ ਕੀ ਗਲਤ ਕਰ ਚੁੱਕੇ ਹਾਂ। ਆਪਣੀ ਗਲਤੀ ਦਾ ਅਹਿਸਾਸ ਪੂਰਨ ਤੌਰ ਤੇ ਹੋ ਜਾਣਾ, ਫਿਰ ਹੀ ਉਸ ਤੋਂ ਨਿਕਲਿਆ ਜਾਂਦਾ, ਨਹੀਂ ਤੇ ਨਹੀਂ। ਜੇ ਅਸੀਂ ਇਹਨੂੰ ਗਲਤੀ ਨਹੀਂ ਮੰਨਾਂਗੇ ਨਾ ਕਿ ਚਲੋ ਇਹ ਤਾਂ ਇਹ ਤਾਂ ਅੱਜ ਕੱਲ੍ਹ ਆਮ ਹੀ ਗੱਲ ਆ, ਜੇ ਅਸੀਂ ਇਹ ਸਮਝਾਂਗੇ ਫਿਰ ਇਹਦੇ ਤੋਂ ਨਿਕਲ ਨਹੀਂ ਪਾਵਾਂਗੇ। ਗਲਤੀ ਦੇਖਿਓ ਕਿੱਥੇ ਹੋ ਰਹੀ ਹੈ। ਅਕਸਰ ਕਹਿ ਦਿੱਤਾ ਜਾਂਦਾ ਕੀ ਹੋ ਗਿਆ ਜੇ ਇਹ ਸਭ ਕਰ ਲਿਆ ਤਾਂ ਸਾਰੇ ਵਾਹਿਗੁਰੂ ਦੇ ਜੀ ਆ, ਹਨਾ। ਕਈ ਵਾਰੀ ਅਸੀਂ ਸੋਚਦੇ ਹਾਂ ਜਾਂ ਸਾਡੀ ਸੰਗਤ ਹੀ ਇਹੋ ਜਿਹੀ ਹੈ। ਪਰ ਜੇ ਤੁਸੀਂ ਬਾਣੀ ਦੇ ਰਾਹ ਤੇ ਤੁਰਨਾ ਆ ਤੇ ਬਾਣੀ ਇਹ ਨਹੀਂ ਕਹਿ ਰਹੀ
ਫਿਰ ਤੁਸੀਂ ਬਾਣੀ ਤੋਂ ਉਲਟੋ। ਹੁਣ ਮਨ ਦੀ ਸਟੇਜ ਨੂੰ ਦੇਖਿਓ। ਇੱਕ ਵਿਕਾਰੀ ਬੰਦਾ ਜਿਹੜਾ ਫਸਿਆ ਆ ਇਸ ਸਭ ਦੇ ਵਿੱਚ, ਉਹ ਵੀ ਬਾਣੀ ਗਾ ਰਿਹਾ ਤੇ ਭਗਤ ਵੀ ਬਾਣੀ ਗਾ ਰਿਹਾ। ਜਿਸ ਦੇ ਅੰਦਰ ਇਹ ਸਭ ਸੋਚਾਂ ਚੱਲ ਰਹੀਆਂ, ਜੇ ਉਹ ਬੋਲ ਰਿਹਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਆਪਾਂ ਆਮ ਹੀ ਇਹ ਪੜ੍ਹਦੇ ਹਾਂ, ਪਰ ਕਦੀ ਸੋਚਿਆ ਇਹਦੇ ਵਿੱਚ ਹੈ ਕੀ? ਕਿਸ ਰਮਜ ਦੀ ਗੱਲ ਹੋ ਰਹੀ ਹੈ? ਕਿੰਨਾ ਵੱਡਾ ਸਮਰਪਣ ਹੈ ਇਹਦੇ 'ਚ। ਜੋ ਅਸੀਂ ਬੋਲ ਰਹੇ ਹਾਂ, ਜੇ ਅਸੀਂ ਉਹਨੂੰ ਕਮਾਇਆ ਨਹੀਂ ਆ ਤਾਂ ਫਿਰ ਸਾਡੀ ਰੂਹ ਕਿੱਥੇ ਖੜੀ ਹੈ? ਸਗਲ ਦੁਆਰ ਕੋ ਛਾੜ ਕੇ, ਕਹਿ ਰਹੀ ਸਾਰੇ ਦਰਵਾਜ਼ੇ ਲੰਘ ਆਈਆਂ, ਹਰ ਇੱਕ ਝੂਠੀ ਪ੍ਰੀਤ ਨੂੰ ਛੱਡ ਆਈਆਂ। ਇਹ ਅੱਖਾਂ ਜੋ ਕਿਸੇ ਇਨਸਾਨ ਲਈ ਰੋਂਦੀਆਂ ਸੀ, ਉਹ ਸਭ ਛੱਡ ਆਈਆਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਸਾਰੇ ਬੂਹੇ ਲੰਘ ਆਈਆਂ, ਹੁਣ ਤੇਰੇ ਦਰ ਤੇ ਖੜੀਆਂ। ਐਵੇਂ ਨਹੀਂ ਆਈ, ਛੱਡ ਕੇ ਆਈ ਆ। ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਹੁਣ ਮੇਰੀ ਬਾਂਹ ਫੜ। ਤੇਰਾ ਦਾਸ ਬਣ ਕੇ ਰਵਾਂ, ਤੇਰਾ ਦਾਸ ਆ। ਹੁਣ ਆਪਣੀ ਸ਼ਰਨ ਚ ਲੈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਖੜਗ ਕੇਤ ਆ ਵਾਹਿਗੁਰੂ, ਤੇ ਉਹਨੂੰ ਅਰਦਾਸ ਕਰ ਰਹੀ ਆ ਰੂਹ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦਾ ਲਿਹੋ ਬਾਰੀ। ਤੇ ਕੀ ਅਸੀਂ ਸ਼ਰਨ ਚ ਆ? ਸ਼ਰਨ ਚ ਤਾਂ ਹੀ ਆ ਜੇ ਸਭ ਕੁਛ ਛੱਡ ਕੇ ਆਵਾਂਗੇ। ਤੇ ਇਹ ਨਹੀਂ ਕਿ ਅੱਜ ਇਹ ਨਿਸ਼ਚਾ ਕਰ ਲਿਆ ਕਿ ਇਸ ਸਭ ਤੋਂ ਬਾਹਰ ਨਿਕਲਣਾ ਆ ਤੇ ਫਿਰ ਵੀ ਉਹ ਸਭ ਕਾਰਜ ਜਾਰੀ ਆ। ਸਭ ਕੁਛ ਛੱਡ ਕੇ ਆਉਣਾ, ਨਹੀਂ ਤਾਂ ਇਸ ਸਭ ਚੋਂ ਨਹੀਂ ਨਿਕਲ ਪਾਓਗੇ। ਗੁਰਬਾਣੀ ਕਹਿ ਰਹੀ, ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ, ਕਿ ਇਹ ਪ੍ਰੇਮ ਦੀ ਖੇਡ, ਉਹ ਵਾਲੀ ਖੇਡ ਜਿਹਦੇ ਵਿੱਚ ਹਰ ਕਾਰਜ ਕਰਦਿਆਂ ਧਿਆਨ ਉਸੇ ਪ੍ਰੀਤ 'ਚ ਆ। ਉਹ ਵਾਲੀ ਖੇਡ ਸੁੱਤਿਆਂ ਜਾਗਦਿਆਂ ਸੁਪਨਿਆਂ ਦੇ ਵਿੱਚ ਵੀ ਧਿਆਨ ਬਸ ਉਸੇ 'ਚ ਹੀ ਆ। ਇਹ ਖੇਡ ਮੈਂ ਕਿਸੇ ਇਨਸਾਨ ਨਾਲ ਨਹੀਂ ਖੇਡੂੰਗੀ। ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ, ਇਹ ਪ੍ਰੇਮ ਦੀ ਖੇਡ ਆਪਣੇ ਪਿਆਰੇ ਤੋਂ ਬਿਨਾਂ ਕਿਸੇ ਨਾਲ ਨਹੀਂ ਖੇਡੂੰਗੀ। ਤੇ ਅਸੀਂ ਕੀ ਕਰ ਰਹੇ ਹਾਂ ਜਾਂ ਅਸੀਂ ਕੀ ਕੀਤਾ? ਅਸੀਂ ਪਿਆਰੇ ਨਾਲ ਨਹੀਂ ਖੇਡੀ, ਸਾਡੀ ਟੇਕ ਕਿਸੇ ਇਨਸਾਨ ਤੇ ਹੋ ਗਈ। ਫਿਰ ਕਦੇ ਧੋਖੇ ਮਿਲੇ ਤੇ ਕਦੀ ਨਹੀਂ ਵੀ ਮਿਲੇ, ਤਾਂ ਵੀ ਕੂੜ 'ਚ ਹੀ ਆ ਧਿਆਨ। ਗੱਲ ਤਾਂ ਧਿਆਨ ਦੀ ਆ। ਜੇ ਨਹੀਂ ਵੀ ਕੋਈ ਠੋਕਰ ਵੱਜੀ ਤਾਂ ਵੀ ਧਿਆਨ ਵਾਹਿਗੁਰੂ 'ਚ ਨਹੀਂ ਆ।
ਉਹਨਾਂ ਝੂਠੇ ਹਾਸਿਆਂ, ਝੂਠੇ ਰੋਣਿਆਂ, ਝੂਠੀਆਂ ਪ੍ਰੀਤਾਂ 'ਚ ਕਦੀ ਵੀ ਬੰਦਗੀ ਨਹੀਂ ਕਰ ਪਾਓਗੇ। ਜੇ ਇਸ ਝੂਠੀਆਂ ਪ੍ਰੀਤਾਂ 'ਚ ਰਹੋਗੇ ਤੇ ਛੱਡਣਾ ਪੈਣਾ, ਕੰਪਲੀਟਲੀ ਛੱਡਣਾ ਪੈਣਾ। ਵਾਹਿਗੁਰੂ ਦੀਆਂ ਰਮਜ਼ਾਂ, ਉਹਦੀਆਂ ਖੇਡਾਂ, ਉਹਦੇ ਰੰਗ, ਉਹਦੀ ਪ੍ਰੀਤ ਤੋਂ ਬਿਨਾਂ ਹਾਸਿਲ ਨਹੀਂ ਹੋ ਸਕਦੇ। ਉਹਨਾਂ ਨੂੰ ਦੇਖਿਆ ਨਹੀਂ ਜਾ ਸਕਦਾ। ਹੁਣ ਸੋਚੋ, ਧਿਆਨ ਸਾਡਾ ਕੂੜ 'ਚ ਆ, ਧਿਆਨ ਸਾਡਾ ਝੂਠੀ ਪ੍ਰੀਤ 'ਚ ਆ, ਤੇ ਅਸੀਂ ਕਹਿ ਰਹੇ ਹਾਂ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ। ਅਸੀਂ ਛੱਡ ਕੇ ਕੁਛ ਨਹੀਂ ਆਏ, ਅਸੀਂ ਫੜਿਆ ਆ ਉਹ ਸਾਰਾ ਸਿਸਟਮ, ਉਹ ਸਾਰੀਆਂ ਝੂਠੀਆਂ ਪ੍ਰੀਤਾਂ ਆਪਣੇ ਅੰਦਰ ਪਾਲ ਕੇ, ਤੇ ਅਸੀਂ ਗਾਈ ਜਾ ਰਹੇ ਹਾਂ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ। ਸੁਣ ਕੇ ਭਾਵੇਂ ਬੁਰਾ ਲੱਗੇ, ਪਰ ਇਹ ਸੱਚ ਆ। ਅਗਰ ਕੋਈ ਇਸ ਝੂਠੀ ਪ੍ਰੀਤ 'ਚ ਹੈਗਾ ਆ ਤੇ ਉਹ ਬਾਣੀ ਦੇ ਵੀ ਲਾਇਕ ਨਹੀਂ ਆ ਉਸ ਸਮੇਂ, ਕਿਉਂਕਿ ਸੁਰਤ ਕਿਤੇ ਹੋ ਰਿਹਾ ਤੇ ਬੋਲ ਕੋਈ ਹੋ ਰਿਹਾ। ਬੋਲ ਕਹਿ ਰਿਹਾ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬੋਲ ਕਹਿ ਰਿਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ, ਤੇ ਸੁਰਤ ਸ਼ਰਨ 'ਚ ਹੈ ਹੀ ਨਹੀਂ, ਫਿਰ ਬਾਣੀ ਦੇ ਲਾਇਕ ਨਹੀਂ ਰਿਹਾ। ਬਾਣੀ ਦੇ ਲਾਇਕ ਕਦੋਂ ਹੋਊਗਾ? ਜਦੋਂ ਸ਼ਰਨ 'ਚ ਆਊਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿਉਂ ਸਤਿਗੁਰੂ ਕੋਟ ਪੈਂਡਾ ਆ ਕੇ ਲੈਂਦਾ ਹੈ? ਕਿਉਂਕਿ ਤੂੰ ਇੱਕ ਪੈਂਡਾ ਚੱਲਦਾ ਆ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਤੇ ਜੇ ਤੂੰ ਸ਼ਰਨ 'ਚ ਹੀ ਨਹੀਂ ਜਾਏਗਾ, ਜੇ ਤੂੰ ਸਟੈਪ ਚੁੱਕੇਂਗਾ ਹੀ ਨਹੀਂ, ਫਿਰ ਕਿਵੇਂ ਹੋਊਗਾ ਇਹ ਸਭ? ਕੂੜ ਨੂੰ ਤਿਆਗ ਕੇ ਤੁਰਨਾ ਪੈਣਾ। ਤੂੰ ਆਪ ਸੋਚ, ਇਹ ਕਿੰਨਾ ਵੱਡਾ ਕੂੜ ਆ ਕਿ ਤੂੰ ਬਾਣੀ ਵੀ ਨਹੀਂ ਪੜ੍ਹ ਪਾ ਰਿਹਾ। ਇਹ ਕਿੰਨਾ ਵੱਡਾ ਕੂੜ ਆ ਕਿ ਤੂੰ ਵਾਹਿਗੁਰੂ ਜਪਦਾ ਏ ਤੇ ਉਹ ਜਾਪ, ਉਹ ਸਿਮਰਨ ਤੇਰੀ ਹੈਲਪ ਨਹੀਂ ਕਰ ਰਿਹਾ। ਨਾਮ ਤੋਂ ਵੱਡੀ ਤਾਂ ਇਸ ਪੂਰੇ ਸੰਸਾਰ ਦੇ ਵਿੱਚ ਹੀ ਕੋਈ ਚੀਜ਼ ਨਹੀਂ ਹੈ। ਤੇ ਜੇ ਨਾਮ ਹੀ ਤੈਨੂੰ ਇਹ ਸਭ ਤੋਂ ਬਾਹਰ ਨਹੀਂ ਕੱਢ ਪਾ ਰਿਹਾ, ਜੇ ਤੂੰ ਨਾਮ ਹੀ ਨਹੀਂ ਜਪ ਰਿਹਾ, ਜੇ ਤੂੰ ਨਾਮ ਨਹੀਂ ਜਪ ਪਾ ਰਿਹਾ, ਤੇ ਉਹ ਕਿੰਨੀ ਵੱਡੀ ਮੈਲ ਆ ਜਿਹੜੀ ਤੂੰ ਅੰਦਰ ਪਾਈ ਬੈਠਾ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਐਵੇਂ ਕਹਿ ਦੇਣਾ ਕਿ ਫਿਰ ਕੀ ਹੋ ਗਿਆ, ਇਹ ਕਿਹੜਾ ਮਾੜੀ ਚੀਜ਼ ਆ, ਕਿਸੇ ਨਾਲ ਪ੍ਰੀਤ ਕਰ ਲੈਣੀ, ਸਾਰਿਆਂ ਨਾਲ, ਸਾਰਿਆਂ 'ਚ ਵਾਹਿਗੁਰੂ ਆ। ਜੇ ਸਾਰਿਆਂ 'ਚ ਵਾਹਿਗੁਰੂ ਆ, ਫਿਰ ਤੇਰੇ ਅੰਦਰ ਵੀ ਵਾਹਿਗੁਰੂ ਹੀ ਗੱਜਣਾ ਸੀ। ਫਿਰ ਤੂੰ ਬਾਣੀ ਪੜ੍ਹਨੀ ਸੀ ਤੇ ਤੇਰੀ ਰੂਹ ਨੇ ਪਾਕ ਹੋ ਜਾਣਾ ਸੀ। ਫਿਰ ਤੂੰ ਵਾਹਿਗੁਰੂ ਕਹਿਣਾ ਸੀ ਤੇ ਉਸ ਪ੍ਰੀਤ ਨੇ ਤੈਨੂੰ ਆਪਣੇ ਅੰਦਰ ਖਿੱਚ ਲੈਣਾ ਸੀ। ਤੇਰੀ ਰੂਹ ਤੇ ਕੋਈ ਰੋਗ ਨਹੀਂ ਸੀ ਹੋਣਾ, ਕੋਈ ਕਲਪ ਨਹੀਂ ਸੀ ਹੋਣੀ, ਕੋਈ ਵਾਸ਼ਨਾ ਨਹੀਂ ਸੀ ਹੋਣੀ।
ਨਾ ਕੋਈ ਮਾੜੇ ਵਿਚਾਰ ਚੱਲਣੇ ਸੀ, ਨਾ ਬੇਚੈਨੀ ਆਉਣੀ ਸੀ। ਪਰ ਇਸ ਝੂਠੀ ਪ੍ਰੀਤ ਦੇ ਵਿੱਚ ਤੇਰੇ ਕੋਲ ਉਹ ਸਭ ਕੁਛ ਆ ਜਿਹਦੇ ਕਰਕੇ ਤੇਰੀ ਰੂਹ ਮੈਲੀ ਆ। ਤੇ ਹੁਣ ਤੂੰ ਆਪ ਸੋਚ, ਜਿਸ ਇਨਸਾਨ ਦੇ ਨਾਲ ਗੱਲ ਕਰਕੇ ਤੇਰੇ ਹਿਰਦੇ ਦੇ ਵਿੱਚ ਪ੍ਰੇਮ, ਵਾਹਿਗੁਰੂ ਲਈ ਪ੍ਰੇਮ ਨਹੀਂ ਉਪਜ ਰਿਹਾ, ਤੇ ਉਲਟਾ ਤੂੰ ਉਸ ਇਨਸਾਨ ਦੀਆਂ ਸੋਚਾਂ ਦੇ ਵਿੱਚ ਗ੍ਰਸਤ ਆਂ 24 ਘੰਟੇ, ਕਿ ਤੂੰ ਸਹੀ ਰਾਹ ਤੇ ਆਂ? ਕਿ ਤੂੰ ਸ਼ਰਨ 'ਚ ਹੈ? ਨਹੀਂ ਆ। ਜੇ ਤੂੰ ਇਹ ਮਹਿਸੂਸ ਕੀਤਾ ਹੈ ਕਦੀ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਫਿਰ ਇਹ ਸਭ ਤੋਂ ਬਾਹਰ ਆ ਜਾ। ਜੇ ਤੈਨੂੰ ਲੱਗਦਾ ਹੈ ਕਿ ਇਹ ਜਨਮ ਵਾਹਿਗੁਰੂ ਦੀ ਉਸਤਤ ਲਈ ਹੋਇਆ, ਵਾਹਿਗੁਰੂ ਦੀਆਂ ਸੋਚਾਂ ਦੇ ਵਿੱਚ ਰਹਿਣ ਲਈ ਹੋਇਆ, ਉਹਦੇ ਰੰਗਾਂ ਨੂੰ ਮਾਣਨ ਲਈ ਹੋਇਆ, ਉਹਦੇ ਖਜ਼ਾਨਿਆਂ ਨੂੰ ਆਪਣੀ ਰੂਹ ਦੇ ਨਾਲ, ਆਪਣੀ ਰੂਹ ਦੇ ਰੂਪੀ ਭਾਂਡੇ ਦੇ ਨਾਲ ਉਹਨੂੰ ਪ੍ਰਾਪਤ ਕਰਨ ਲਈ ਹੋਇਆ ਹੈ, ਤੇ ਫਿਰ ਛੱਡ ਦੇ ਇਹ ਸਭ, ਫਿਰ ਸ਼ਰਨ 'ਚ ਆ ਜਾ। ਤੂੰ ਕੂੜ ਤੋਂ ਛੁੱਟਣਾ ਹੈ ਤੇ ਇਸ ਪੂਰੀ ਸ੍ਰਿਸ਼ਟੀ ਦੇ ਸ਼ਹਿਨਸ਼ਾਹ ਦੀਆਂ ਬਾਹਾਂ 'ਚ ਹੋਣਾ ਹੈ, ਜਿਹਨੇ ਤੈਨੂੰ ਰੋਣ ਨਹੀਂ ਦੇਣਾ, ਜਿਹਨੇ ਤੇਰਾ ਰੋਣਾ ਵੀ ਸੱਚਾ ਕਰ ਦੇਣਾ। ਫਿਰ ਤੂੰ ਰੋਏਂਗਾ ਵੀ ਤੇ ਇਸ ਲਈ ਰੋਏਂਗਾ, ਧਿਆਨ ਨਹੀਂ ਲੱਗ ਰਿਹਾ। ਅੱਜ ਕੋਈ ਫੇਕਿਆ, ਅੱਜ ਰੂਹ ਉਸ ਨਿਰੰਕਾਰ ਦੀ ਹੋ ਨਹੀਂ ਰਹੀ, ਅੱਜ ਗੱਲ ਨਹੀਂ ਬਣ ਰਹੀ, ਤਾਂ ਕਰਕੇ ਭਾਵੇਂ ਵਿਆਕੁਲ ਹੋਵੇ, ਪਰ ਤੇਰੀਆਂ ਅੱਖਾਂ ਕਦੀ ਕਿਸੇ ਚੀਜ਼ ਲਈ ਨਹੀਂ ਰੋਣਗੀਆਂ, ਕਦੀ ਕਿਸੇ ਇਨਸਾਨ ਲਈ ਨਹੀਂ ਰੋਣਗੀਆਂ, ਕਦੀ ਕਿਸੇ ਇਨਸਾਨ ਦੇ ਵੱਲੋਂ ਮਿਲੇ ਧੋਖੇ ਦੇ ਰੂਪ 'ਚ ਨਹੀਂ ਰੋਣਗੀਆਂ। ਇਸ ਸਭ ਨੂੰ ਛੱਡ ਤੇ ਉਹਨਾਂ ਰੂਹਾਂ ਦੀ ਸ਼ਰਨ 'ਚ ਰਹਿ ਜਿਨ੍ਹਾਂ ਨਾਲ ਗੱਲ ਕਰਨ ਤੇ ਅੰਦਰ ਵਾਹਿਗੁਰੂ ਲਈ ਪ੍ਰੇਮ ਉਪਜੇ। ਫਿਰ ਜਦੋਂ ਤੂੰ ਸਭ ਕੁਛ ਛੱਡ ਕੇ ਉਸ ਵਾਹਿਗੁਰੂ ਦੇ ਕੋਲ ਜਾਏਗਾ ਨਾ, ਫਿਰ ਤੂੰ ਬਾਣੀ ਪੜ੍ਹਨ ਦੇ ਲਾਇਕ ਹੋ ਜਾਏਗਾ। ਤੂੰ ਸਭ ਕੁਛ ਛੱਡ ਕੇ ਕਹਿ ਦੇ ਕਿ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾहें गहे की लाजस गोबिंद दास तुहार। ਤੂੰ ਕਹਿ ਦੇ ਮੈਂ ਤੇਰਾ ਦਾਸ ਹਾਂ, ਮੈਂ ਤੇਰੀ ਸ਼ਰਨ 'ਚ ਹਾਂ, ਹੁਣ ਤੂੰ ਮੇਰੀ ਬਾਂਹ ਫੜ। ਤੇ ਜਦੋਂ ਉਹ ਵਾਹਿਗੁਰੂ ਦੇਖੂਗਾ ਨਾ ਕਿ ਹੁਣ ਇਹਦਾ ਸੱਚਮੁੱਚ ਹੀ ਕੋਈ ਨਹੀਂ ਆ, ਇਹ ਸਭ ਕੁਝ ਛੱਡ ਕੇ ਆ ਗਿਆ, ਫਿਰ ਨਹੀਂ ਛੱਡਣਾ ਉਹਨੇ ਤੈਨੂੰ, ਰੱਖ ਲੈਣਾ ਆਪਣੇ ਕੋਲ। ਫਿਰ ਜਿਸ ਆਨੰਦ ਦਾ ਉਹ ਸੋਮਾ ਆ, ਜਿਸ ਸ਼ਾਂਤੀ ਦਾ ਉਹ ਸੋਮਾ ਆ, ਜਿਸ ਆਨੰਦ ਦਾ ਉਹ ਭੰਡਾਰ ਆ, ਉਹਨੇ ਉਹ ਖਜ਼ਾਨਾ ਤੇਰੀ ਝੋਲੀ 'ਚ ਪਾ ਦੇਣਾ। ਫਿਰ ਹਰ ਸਮੇਂ ਖੇੜੇ ਨੇ, ਹਰ ਸਮੇਂ ਆਨੰਦ ਨੇ, ਨਾ ਕਿਸੇ ਦੇ ਤੋੜਿਆਂ ਉਹ ਆਨੰਦ ਟੁੱਟਣਾ ਹੈ, ਨਾ ਕਿਸੇ ਦੇ ਛੇੜਿਆਂ ਤੈਨੂੰ ਤੇਰੀ ਰੂਹ ਨੇ ਤੰਗ ਹੋਣਾ ਹੈ। ਫਿਰ ਇਹ ਸੋਚਾਂ, ਇਹ ਵਿਚਾਰਾਂ ਸਦਾ ਲਈ ਖਤਮ ਹੋ ਜਾਣੀਆਂ। ਇਸ ਸਭ ਤੋਂ ਬਾਹਰ ਹੋਣ ਦੀ ਲੋੜ ਹੈ। ਇੱਕ ਅਰਦਾਸ ਦੀ ਲੋੜ ਹੈ, ਐਸੀ ਅਰਦਾਸ ਜਿਹਦੇ ਵਿੱਚ ਤੂੰ ਸਭ ਕੁਛ ਛੱਡ ਕੇ ਆ ਜਾਵੇਂ ਤੇ ਵਾਪਸ ਜਾਵੇਂ ਨਾ, ਕਿੰਨਾ ਵੀ ਔਖਾ ਹੋ ਲਵੇ ਵਾਪਸ ਨਾ ਜਾਵੇਂ। ਐਸੀ ਕਮਿਟਮੈਂਟ ਦੀ ਲੋੜ ਹੈ, ਗੁਰਸਿੱਖਾਂ ਦੇ ਸਾਥ ਦੀ ਲੋੜ ਹੈ। ਸੋ
ਇਹ ਸਭ ਆਪਣਾ ਐਕਸਪੀਰੀਅੰਸ ਹੀ ਮੇਰੀ ਰੂਹ ਦੱਸ ਰਹੀ ਹੈ। ਇਹਨੂੰ ਅਪਣਾ ਲਓ, ਸਭ ਕੁਝ ਠੀਕ ਹੋ ਜਾਊਗਾ। ਪਹਿਲਾ ਸਟੈਪ ਹੀ ਸਭ ਕੁਝ ਛੱਡ ਕੇ ਉਹਦੇ ਦਰ ਤੇ ਜਾਣ ਦਾ। ਅੱਗੇ ਉਹ ਆਪੇ ਸਾਂਭ ਲੂਗਾ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਇਹ ਤਾਂ ਗੱਲ ਹੋ ਗਈ ਸ਼ਰਨ 'ਚ ਜਾਣ ਦੀ। ਅਗਲਾ ਸਟੈਪ ਕੀ ਆ? ਕਦੇ ਵੀ ਵਾਹਿਗੁਰੂ ਜਾਪ ਨਹੀਂ ਛੱਡਣਾ, ਨਹੀਂ ਛੱਡਣਾ। ਹਰ ਰਿਕਾਰਡਿੰਗ 'ਚ ਇਹ ਗੱਲ ਗੁਰੂ ਸਾਹਿਬ ਕਹਿਲਵਾ ਰਹੇ ਆ, ਵਾਹਿਗੁਰੂ ਜਾਪ ਨਹੀਂ ਛੱਡਣਾ। ਸਭ ਤੋਂ ਪਹਿਲੀ ਗੱਲ ਨੀਂਹ ਕਲੀਅਰ ਰੱਖਣੀ। ਨੀਂਹ ਕੀ ਆ? ਸਭ ਕੁਝ ਛੱਡ ਕੇ ਵਾਹਿਗੁਰੂ ਦੇ ਹੋਣਾ। ਇਸੇ ਨੀਂਹ ਦੇ ਉੱਪਰ ਨਾਮ ਦੀ ਇਮਾਰਤ ਖੜੀ ਹੋਣੀ ਆ, ਤੇ ਨੀਂਹ ਕਦੀ ਢਿੱਲੀ ਨਹੀਂ ਰੱਖੀ ਦੀ। ਸਾਰੇ ਦਰਵਾਜ਼ੇ ਬੰਦ ਕਰ ਲਓ ਜਿੱਥੋਂ ਕੂੜ ਆ ਰਿਹਾ। ਗੁਰਸਿੱਖਾਂ ਦੀ ਸੰਗਤ ਇਸ ਨੀਂਹ ਨੂੰ ਪੱਕਾ ਕਰਦੀ ਹੈ। ਉਹਨਾਂ ਪਿਆਰਿਆਂ ਦੀ ਸੰਗਤ ਦੇ ਵਿੱਚ ਰਹੋ ਜਿਹੜੇ ਉਹਦੇ ਪਿਆਰ 'ਚ ਰਹਿੰਦੇ ਨੇ ਹਮੇਸ਼ਾ, ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਆ। ਉਹਨਾਂ ਪਿਆਰਿਆਂ ਦਾ ਸਾਥ ਲੱਭੋ, ਉਹਨਾਂ ਦੀ ਸੰਗਤ 'ਚ ਰਹੋ, ਕੂੜ ਤੋਂ ਸਦਾ ਹੀ ਛੁੱਟ ਜਾਓਗੇ। ਪਹਿਲਾ ਕੰਮ ਸਭ ਕੁਛ ਛੱਡ ਕੇ ਆਉਣਾ। ਦੂਸਰਾ ਕੰਮ ਆਪਣੀ ਸੰਗਤ ਸਹੀ ਰੱਖਣੀ ਹੈ। ਤੀਸਰਾ ਕੰਮ ਜਾਪ ਨਹੀਂ ਛੱਡਣਾ। ਸੋਚਾਂ ਆਊਗੀਆਂ ਸ਼ੁਰੂਆਤ ਦੇ ਵਿੱਚ, ਪਰ ਤੁਹਾਡਾ ਜਾਪ ਤੁਹਾਨੂੰ ਹਮੇਸ਼ਾ ਵਾਪਸ ਲੈ ਕੇ ਆਊਗਾ। ਇਹ ਚੱਲਣਾ ਸਿਖਾਊਗਾ ਇਸ ਮਾਰਗ ਦੇ ਉੱਪਰ। ਜਿਉਂ ਜਿਉਂ ਜਪੀ ਜਾਓਗੇ, ਜਿਉਂ ਜਿਉਂ ਇਹ ਕੰਨ ਸੁਣੋਗੇ। ਸੁਣਨਾ ਜਿਹੜਾ ਹੈ ਨਾ, ਅੱਗੇ ਵੀ ਗੁਰੂ ਸਾਹਿਬ ਨੇ ਇੱਕ ਦਿਨ ਕਹਿਲਵਾਇਆ ਸੀਗਾ, ਪਰ ਉਹ ਸਾਰਿਆਂ ਤੱਕ ਨਹੀਂ ਸੀ ਪਹੁੰਚਿਆ। ਇਹਦੇ ਵਿੱਚ ਥੋੜ੍ਹਾ ਜਿਹਾ ਉਸ ਰੰਗ ਬਾਰੇ ਵੀ ਤੁਸੀਂ ਸੁਣਿਓ। ਸੁਣਨਾ ਕੀ ਆ? ਸੁਣਨਾ ਵਾਹਿਗੁਰੂ ਜਾਪ ਨਾਲ ਕੀ ਹੋਊਗਾ? ਧਿਆਨ ਨਾਲ ਥੋੜ੍ਹਾ ਜਿਹਾ ਇਹਨੂੰ ਸੁਣਿਓ। ਇਸ ਕਾਇਆ ਅੰਦਰ ਨਾ ਉਸ ਵਾਹਿਗੁਰੂ ਨੇ ਇੰਨੀਆਂ ਦਾਤਾਂ ਬਖਸ਼ੀਆਂ ਨੇ, ਇੰਨੀਆਂ ਦਾਤਾਂ ਬਖਸ਼ੀਆਂ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਤੁਹਾਨੂੰ ਅਹਿਸਾਸ ਹੋਊਗਾ ਕਿ ਕਿਹੜੇ ਕੂੜ ਦੇ ਵਿੱਚ ਅਸੀਂ ਫਸੇ ਸੀਗੇ ਤੇ ਵਾਹਿਗੁਰੂ ਦਾ ਰੰਗ ਕੀ ਆ। ਉਹਨੇ ਤੁਹਾਡੇ ਅੰਦਰ ਕਿਹੜੀ ਸ਼ਕਤੀ ਦਿੱਤੀ ਆ। ਤੁਸੀਂ ਜੇ ਸਿਰਫ ਉਹਦੀ ਉਸਤਤ ਸੁਣ ਹੀ ਲਓ ਨਾ, ਸਭ ਕੁਛ ਸੁਣਨ ਦੇ ਵਿੱਚ ਹੀ ਆ। ਸੁਣਨਾ ਕੀ ਆ? ਉਹਦੀ ਉਸਤਤ। ਬੋਲਣਾ ਕੀ ਆ? ਉਹਦੀ ਉਸਤਤ। ਦੇਖਣਾ ਕੀ ਆ? ਵਾਹਿਗੁਰੂ ਨੂੰ ਹੀ ਦੇਖਣਾ। ਹੁਣ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਅਨੇਕਾਂ ਸਾਲਾਂ ਤੋਂ ਪੜ੍ਹਦੇ ਆ ਰਹੇ ਹਾਂ, ਸਾਨੂੰ ਕੰਠ ਵੀ ਆ। ਕਈ ਵਾਰੀ ਦੇਖ ਕੇ ਗਾਉਣ ਦੀ ਲੋੜ ਵੀ ਨਹੀਂ ਪੈਂਦੀ, ਰੂਹ ਗਾ ਲੈਂਦੀ ਇੱਦਾਂ ਹੀ। ਅੱਜ ਤੋਂ ਬਾਅਦ ਜਦੋਂ ਵੀ ਗਾਓਗੇ ਨਾ, ਜਦੋਂ ਵੀ ਪਾਠ ਕਰੋਗੇ, ਤੇ ਕੁਝ ਚੰਦ ਪੌੜੀਆਂ ਤੇ ਹੀ ਸਿਰਫ ਧਿਆਨ ਦੇ ਲਿਓ। ਭਾਵੇਂ ਸ਼ੁਰੂਆਤ ਦੇ ਵਿੱਚ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਆ? ਗੁਰੂ ਸਾਹਿਬ ਕਹਿ ਰਹੇ, ਸੁਣਿਆ ਸਿੱਧ ਪੀਰ ਸੁਰਨਾਥ। ਹੁਣ ਦੇਖੀ ਜਾਇਓ ਸੁਣਨ ਨਾਲ ਕੀ ਹੋਊਗਾ, ਕੀ ਹੋਊਗਾ। ਇਹ ਉਹੀ ਗੱਲ ਹੋ ਰਹੀ ਹੈ ਜਿਸ ਢੰਗ ਦੇ ਨਾਲ ਤੁਹਾਡੇ ਵਿਚਾਰ ਰੁਕਣਗੇ,
ਜਿਸ ਢੰਗ ਦੇ ਨਾਲ ਤੁਹਾਨੂੰ ਅੰਦਰੋਂ ਪੋਜ਼ਿਟਿਵਿਟੀ ਮਿਲੂਗੀ, ਜਿਸ ਢੰਗ ਦੇ ਨਾਲ ਤੁਸੀਂ ਆਪਣੇ ਮਨ ਨੂੰ ਟਿਕਾ ਸਕੋਗੇ ਤੇ ਵਾਹਿਗੁਰੂ ਦੀ ਉਸਤਤ ਦੇ ਵਿੱਚ ਰਹਿ ਸਕੋਗੇ, ਵਾਹਿਗੁਰੂ ਜਾਪ ਦੇ ਵਿੱਚ ਰਹਿ ਸਕੋਗੇ। ਕਈ ਵਾਰੀ ਅਸੀਂ ਦੇਖਦੇ ਹਾਂ ਨਾ, ਅਸੀਂ ਜਾਪ ਕਰਨਾ ਸ਼ੁਰੂ ਕਰਦੇ ਹਾਂ ਬੈਠ ਕੇ ਜਾਂ ਕੰਮ ਕਰਦੇ ਹਾਂ ਤੇ ਸਾਨੂੰ ਚੇਤਾ ਭੁੱਲ ਜਾਂਦਾ। ਪਰ ਜਪਜੀ ਸਾਹਿਬ ਹਰ ਘਰ ਦੇ ਵਿੱਚ ਹੁੰਦਾ ਹੀ ਹੈ, ਚਾਹੇ ਕੋਈ ਵੀ ਕਰੇ, ਚਾਹੇ ਰਿਕਾਰਡਿੰਗ ਹੀ ਕੋਈ ਸੁਣ ਲਵੇ, ਸਾਡੀਆਂ ਮਾਤਾਵਾਂ ਭੈਣਾਂ ਜਾਂ ਬਜ਼ੁਰਗ ਜਾਂ ਅਸੀਂ ਖੁਦ ਵੀ ਕਰਦੇ ਹਾਂ। ਜਪਜੀ ਸਾਹਿਬ ਹਰ ਕਿਸੇ ਨੂੰ ਲਗਭਗ ਆਉਂਦਾ ਹੀ ਹੁੰਦਾ। ਉਹਦੇ ਵਿੱਚ ਦੇਖਿਓ ਗੁਰੂ ਨਾਨਕ ਸਾਹਿਬ ਕੀ ਕਹਿ ਰਿਹਾ। ਯਾਦ ਰੱਖਿਓ, ਤੁਸੀਂ ਵਾਹਿਗੁਰੂ ਸਿਮਰਨ ਕਰਨਾ ਹੈ ਤੇ ਜ਼ੁਬਾਨ ਤੋਂ ਵਾਹਿਗੁਰੂ ਸਿਮਰਨ ਕਰਨਾ ਹੈ, ਪਰ ਹਿਰਦੇ ਦੇ ਵਿੱਚ ਉਹ ਤੁਕਾਂ ਨੂੰ ਅੰਦਰ ਲੈ ਕੇ ਆਉਣਾ ਜਿਹੜੀਆਂ ਗੁਰੂ ਸਾਹਿਬ ਬੋਲ ਰਹੇ, ਤੇ ਇਹਨੂੰ ਉਪਦੇਸ਼ ਦੇ ਰੂਪ ਦੇ ਵਿੱਚ ਸਮਝਣਾ ਕਿ ਮੇਰਾ ਗੁਰੂ ਮੈਨੂੰ ਸਮਝਾ ਰਿਹਾ ਆ। ਤੇ ਜਦੋਂ ਗੁਰੂ ਸਮਝਾਉਂਦਾ ਹੈ ਨਾ, ਫਿਰ ਸਿੱਖ ਨੂੰ ਸੁਣਨਾ ਹੀ ਪੈਂਦਾ ਹੈ। ਉਹਦੀ ਸੁਰਤ ਕਿਤੇ ਹੋਰ ਜਾਣਦੀ ਨਹੀਂ ਆ। ਜੇ ਉਹਨੂੰ ਮਹਿਸੂਸ ਹੋ ਜਾਵੇ ਕਿ ਮੇਰਾ ਗੁਰੂ ਬੋਲ ਰਿਹਾ, ਇਹ ਗੁਰੂ ਹੀ ਬੋਲ ਰਿਹਾ ਨਾ, ਸੁਣਿਆ ਸਿੱਧ ਪੀਰ ਸੁਰਨਾਥ, ਤੇ ਗੁਰੂ ਕਹਿ ਰਿਹਾ ਜੇ ਤੂੰ ਸੁਣੇਗਾ ਨਾ ਫਿਰ ਤੈਨੂੰ ਆ ਚੀਜ਼ਾਂ ਮਿਲਣਗੀਆਂ। ਸੁਣਿਆ ਸਿੱਧ ਪੀਰ ਸੁਰਨਾਥ, ਇਹ ਜਿਹੜੀਆਂ ਅੱਜ ਕੱਲ੍ਹ ਜਾਂ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਗੁਰੂ ਸਾਹਿਬ ਇਹ ਸਮਝਾਉਣਾ ਚਾਹ ਰਿਹਾ ਕਿ ਜੇ ਤੂੰ ਉਹਦੀ ਉਸਤਤ ਸੁਣੀ ਜਾਵੇਂ ਨਾ, ਸੁਣਨ ਨਾਲ ਕੀ ਹੋਊਗਾ, ਸਿੱਧ ਪੀਰ ਸੁਰਨਾਥ, ਇਹਨਾਂ ਸਿੱਧਾਂ ਦੀ ਸਿੱਧੀ ਤੇ ਇਸ ਮਨ ਨੂੰ ਕਿੱਦਾਂ ਟਿਕਾ ਕੇ ਰੱਖਣਾ, ਇਹ ਸਭ ਦੀ ਜੁਗਤ, ਇਸ ਸਭ ਦੀ ਜੁਗਤ, ਇਸ ਸਭ ਦੀ ਸਮਝ ਤੇਰੇ ਅੰਦਰੋਂ ਹੀ ਪ੍ਰਗਟ ਹੋਊਗੀ। ਸੁਣਿਆ ਸਿੱਧ ਪੀਰ ਸੁਰਨਾਥ, ਇਸ ਮਨ ਨੂੰ ਕਿਵੇਂ ਸਾਧਨਾ ਆ, ਇਹ ਤੈਨੂੰ ਅੰਦਰੋਂ ਹੀ ਪ੍ਰਗਟ ਹੋਊਗਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ। ਫਿਰ ਅਗਲੀਆਂ ਤੁਕਾਂ ਦੇ ਵਿੱਚ ਕਹਿ ਰਹੇ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਚਲੋ ਇਸ ਨੂੰ ਹੀ ਸਮਝ ਲਈਏ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਨ ਦੇ ਨਾਲ ਕੀ ਹੋਊਗਾ, ਇਸ ਕਾਇਆ ਦੇ ਅੰਦਰ ਛੁਪੇ ਹੋਏ ਭੇਦ ਇਸ ਰੂਹ ਨੂੰ ਪਤਾ ਲੱਗਣਗੇ, ਅੰਦਰੋਂ ਪ੍ਰਗਟ ਹੋਣਗੇ। ਇਸ ਤਨ ਦੀ ਸੋਝੀ ਆਊਗੀ, ਕਿਵੇਂ ਇਸ ਤਨ ਨੂੰ ਉਸ ਵਾਹਿਗੁਰੂ ਦੀ ਉਸਤਤ ਦੇ ਲਈ ਯੂਜ਼ ਕਰਨਾ ਹੈ। ਸੁਣਿਆ ਸਾਸਤ ਸਿਮਰਤ ਵੇਦ, ਅੱਜ ਕੱਲ ਇੱਕ ਕੋਈ ਕਹਿੰਦਾ ਹੈ ਨਾ, ਮੇਰੀ ਲਿਖਤ ਸਹੀ ਆ, ਮੇਰਾ ਵੇਦ ਸਹੀ ਆ, ਮੇਰਾ ਗ੍ਰੰਥ ਸਹੀ ਆ। ਗੁਰੂ ਸਾਹਿਬ ਕਹਿ ਰਹੇ, ਸੁਣਿਆ ਸਾਸਤ ਸਿਮਰਤ ਵੇਦ, ਇਹ ਸਭ ਤੇਰੇ ਅੰਦਰੋਂ ਹੀ ਪ੍ਰਗਟ ਹੋਊਗਾ। ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਇਸ ਸਭ ਦੀ ਸੋਝੀ ਤੈਨੂੰ ਅੰਦਰੋਂ ਹੀ ਪ੍ਰਗਟ ਹੋਣੀ ਆ। ਕਿੱਦਾਂ? ਸੁਣਿਆ, ਸੁਣਨ ਦੇ ਨਾਲ। ਤੇ ਜਦੋਂ ਵੀ ਵਾਹਿਗੁਰੂ ਬੋਲਣਾ, ਇਸੇ ਸੋਚ ਨੂੰ ਅੰਦਰ ਘਰ ਕਰਕੇ ਬੋਲਣਾ ਕਿ ਮੇਰਾ ਗੁਰੂ ਸਮਝਾ ਰਿਹਾ ਕਿ ਜੇ ਮੈਂ ਜਪ ਰਿਹਾ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਇੱਕ ਦਿਨ ਉਹ ਆ ਜਾਣਾ ਜਦੋਂ ਮੈਂ ਉੱਥੇ ਪਹੁੰਚ ਜਾਣਾ ਜਿੱਥੇ ਮੇਰਾ ਗੁਰੂ ਬੋਲ ਰਿਹਾ, ਸੁਣਿਆ ਸਿੱਧ ਪੀਰ ਸੁਰਨਾਥ, ਜਿੱਥੇ ਮੇਰਾ ਗੁਰੂ ਬੋਲ ਰਿਹਾ, ਸੁਣਿਆ ਪੋਹ ਨਾ ਸਕੈ ਕਾਲ, ਕਿ ਫਿਰ ਕਾਲ ਨੇ ਪੋਹ ਨਹੀਂ ਸਕਣਾ ਤੈਨੂੰ।
ਫਿਰ ਇਹਨੇ ਕੂੜ ਦੀ ਪਹੁੰਚ ਨੇ ਤੇਰੇ ਤੱਕ ਪਹੁੰਚ ਨਹੀਂ ਸਕਣਾ। ਮੇਰੇ ਤੇ ਉਹ ਦਿਨ ਆ ਜਾਣਾ ਹੈ, ਕਿਉਂਕਿ ਮੇਰਾ ਗੁਰੂ ਬੋਲ ਰਿਹਾ ਹੈ, ਮੇਰਾ ਗੁਰੂ ਉਪਦੇਸ਼ ਕਰ ਰਿਹਾ ਹੈ ਤੇ ਮੈਂ ਉਹਦੇ ਉਪਦੇਸ਼ ਤੇ ਚੱਲ ਰਿਹਾ ਹਾਂ। ਉਹ ਬੋਲ ਰਿਹਾ ਹੈ, ਸੁਣਿਆ ਪਹੁ ਨਾ ਸਕੇ ਕਾਲ, ਤੇ ਮੇਰੇ ਕੰਨ ਸੁਣ ਰਹੇ ਆ ਜਦੋਂ ਮੈਂ ਬੋਲ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਨ ਕਿਉਂ ਨਾ ਟਿਕੂਗਾ? ਗੁਰੂ ਹਮੇਸ਼ਾ ਹੀ ਬੋਲ ਰਿਹਾ, ਅਸੀਂ ਸੁਣਦੇ ਨਹੀਂ। ਅੱਜ ਤੋਂ ਬਾਅਦ ਜਦੋਂ ਵੀ ਜਪਜੀ ਸਾਹਿਬ ਦਾ ਪਾਠ ਕਰਨਾ, ਇਹਨਾਂ ਤੁਕਾਂ ਨੂੰ ਅੰਦਰ ਵਸਾ ਲਓ। ਇਹ ਜਾਪ ਦੇ ਵਿੱਚ ਕੰਮ ਆਉਣਗੀਆਂ। ਫਿਰ ਅਗਲਾ ਰੰਗ ਦੇਖੋ ਵਾਹਿਗੁਰੂ ਦਾ। ਗੁਰੂ ਸਾਹਿਬ ਬੋਲ ਰਹੇ, ਦੇਖੋ ਗੁਰਬਾਣੀ ਨੂੰ ਸਮਝਣ ਦੇ ਅਨੇਕਾਂ ਹੀ ਢੰਗ ਨੇ। ਇਹ ਸਮੁੰਦਰ ਆ, ਮੇਰੇ ਵਰਗਾ ਇੱਕ ਬਾਲਟੀ ਕੱਢ ਲਊਗਾ ਨਾ ਤੇ ਕੁਛ ਵੀ ਨਹੀਂ ਹੈ। ਕਿਸੇ ਦੇ ਹੱਥ 'ਚ ਬਾਲਟੀ ਆ, ਕਿਸੇ ਦੇ ਹੱਥ 'ਚ ਗਲਾਸ ਆ, ਉਹ ਜਿੰਨਾ ਕੁ ਭਾਂਡਾ ਕਿਸੇ ਦਾ ਆ ਓਨਾ ਹੀ ਉਹ ਕੱਢ ਰਿਹਾ। ਪਰ ਇਹ ਸਮੁੰਦਰ ਆ। ਹੋ ਸਕਦਾ ਮੇਰੇ ਵਿਚਾਰ ਕਿਸੇ ਨਾਲ ਨਾ ਰਲਣ, ਕਿਸੇ ਦੇ ਵਿਚਾਰ ਮੇਰੇ ਨਾਲ ਨਾ ਰਲਣ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਵਿਚਾਰ ਗਲਤ ਨੇ, ਹੈ ਨਾ। ਮੇਰੀ ਵੀ ਸਹੀ ਆ, ਕਿਸੇ ਹੋਰ ਦੀ ਵੀ ਸਹੀ ਆ। ਜਿੰਨਾ ਕੁ ਕਿਸੇ ਨੂੰ ਬਖਸ਼ਿਆ ਸਭ ਦਾ ਸਹੀ ਆ, ਗਲਤ ਕਿਸੇ ਦਾ ਨਹੀਂ। ਸਭ ਨੇ ਲਿਆ ਹੀ ਆ, ਉਹਨੂੰ ਕੋਈ ਦੇ ਨਹੀਂ ਸਕਦਾ। ਸਭ ਨੇ ਉਹਦੇ ਤੋਂ ਲਿਆ ਹੀ ਹੋਊਗਾ। ਕਿਸੇ ਨੇ ਗਲਾਸ 'ਚ ਲੈ ਲਿਆ, ਕਿਸੇ ਨੇ ਬਾਲਟੀ 'ਚ ਲੈ ਲਿਆ, ਕਿਸੇ ਕੋਲ ਜ਼ਿਆਦਾ ਆ, ਕਿਸੇ ਕੋਲ ਥੋੜ੍ਹਾ ਆ, ਪਰ ਉਹਦੀ ਕਿਰਪਾ ਆ। ਕੋਈ ਵੀ ਗਲਤ ਨਹੀਂ ਆ। ਤੇ ਆਪਾਂ ਇਹਦੇ ਬਾਰੇ ਵਿਚਾਰ ਕਰੀਏ ਕਿ ਮੰਨੇ ਦੀ ਪੌੜੀ ਕੀ ਕਹਿ ਰਹੀ। ਜੇ ਤੂੰ ਇਹ ਮੰਨ ਲਵੇਂ, ਹੁਣ ਕੀ ਆ, ਮੰਨੇ ਕੀ ਗਤ ਕਹੀ ਨਾ ਜਾਏ। ਕੀ ਮੰਨ ਲੈ ਤਾਂ ਉਹਦੀ ਗਤ ਕਹੀ ਨਹੀਂ ਜਾ ਸਕਦੀ। ਕੀ ਮੰਨ ਲਵੇਂ? ਜੇ ਤੂੰ ਗੁਰੂ ਦੀ ਗੱਲ ਮੰਨ ਲਵੇਂ, ਕਿਹੜੀ ਗੱਲ ਮੰਨ ਲਵੇਂ? ਇਹੀ ਮੰਨ ਲਾ ਕਿ ਮੇਰਾ ਗੁਰੂ ਕਹਿ ਰਿਹਾ, ਸੁਣਿਆ ਪਹੁ ਨਾ ਸਕੇ ਕਾਲ। ਇਹਨੂੰ ਮੰਨ ਲੈ, ਇਹਨੂੰ ਹੀ ਮੰਨ ਲੈ। ਇਸ ਚਾਓ ਦੇ ਵਿੱਚ, ਇਸ ਸੋਚ ਦੇ ਵਿੱਚ ਵਾਹਿਗੁਰੂ ਗੁਰੂ ਮੰਤਰ ਜਪ। ਤੇਰੀ ਜ਼ੁਬਾਨ ਬੋਲੇ ਵਾਹਿਗੁਰੂ ਤੇ ਅੰਦਰੋਂ ਸੋਚ ਬੋਲੇ ਮੇਰਾ ਗੁਰੂ ਉਪਦੇਸ਼ ਦੇ ਰਿਹਾ ਹੈ, ਸੁਣਿਆ ਪਹੁ ਨਾ ਸਕੇ ਕਾਲ। ਕਿੱਦਾਂ ਨਾ ਮਨ ਟਿਕੂ? ਅੰਦਰਲੇ ਖਜ਼ਾਨੇ ਪ੍ਰਗਟ ਹੋਣਗੇ, ਇਸੇ ਜਾਪ ਚੋਂ ਪ੍ਰਗਟ ਹੋਣਗੇ। ਤੇ ਜਿਹੜੇ ਕੂੜ ਨੂੰ ਤੂੰ ਛੱਡ ਕੇ ਸ਼ਰਨ ਚ ਆਏਗਾ, ਉਸ ਕੂੜ ਲਈ ਵੀ ਸ਼ੁਕਰਾਨੇ ਹੋਣਗੇ। ਇਹ ਰੂਹ ਸ਼ੁਕਰਾਨੇ ਕਰੂਗੀ ਕਿ ਤੇਰਾ ਧੰਨਵਾਦ, ਭਾਵੇਂ ਮੈਂ ਇਸ 'ਚ ਫਸਿਆ ਸੀ ਤੇ ਮੈਨੂੰ ਇਸ ਝੂਠੇ ਹਨੇਰੇ ਨੇ ਹੀ ਪ੍ਰਕਾਸ਼ ਦੀ ਕਿਰਨ ਦੇ ਵੱਲ ਤੋਰਿਆ। ਮੈਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਰਾਹ ਤੇ ਸੀ। ਫਿਰ ਕੋਈ ਅਫਸੋਸ ਨਹੀਂ ਹੋਣਾ। ਸਿਰਫ ਖੇੜੇ ਹੀ ਰਹਿਣਗੇ। ਸੋ ਜੇ ਬਾਕੀ ਕੁਛ ਰਹਿ ਗਿਆ ਤਾਂ ਫਿਰ ਕਦੇ, ਸੋ ਫਿਰ ਇਹਨਾਂ ਗੱਲਾਂ ਨੂੰ ਵਿਚਾਰ ਲੈਣਾ, ਸਮਝ ਲੈਣਾ, ਕੰਮ ਆਉਣਗੀਆਂ। ਇਸ ਪ੍ਰੇਮ ਵਾਲੇ ਰਾਹ ਤੇ ਤੁਰ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਂਦੇ ਜਾਂਦੇ ਇੱਕ ਲਾਈਨ ਕਹਿਣ ਨੂੰ ਦਿਲ ਕਰ ਰਿਹਾ ਕਿ ਖੁਦ ਨੂੰ ਬਾਣੀ ਦੇ ਲਾਇਕ ਬਣਾ ਲਈਏ। ਜੋ ਕਹਿ ਰਹੇ ਹਾਂ, ਜੋ ਗਾ ਰਹੇ ਹਾਂ, ਉਹਦੇ ਲਾਇਕ ਹੋ ਜਾਈਏ। ਇਹੀ ਅਰਦਾਸ ਕਰੀਏ। ਵਾਹਿਗੁਰੂ ਜੀ ਕਾ